दास चरण लहरिते बसाओ, तो परम गुरु नानक गुण गाओ। सतनाम श्री वाहिगुरु जी। नासर मनसूर गुरु गोबिंद सिंह, येज़दी मंजूर गुरु गोबिंद सिंह। हक हक अंदेश गुरु गोबिंद सिंह, बादशाह दरवेश गुरु गोबिंद सिंह। हक हक आगाह गुरु गोबिंद सिंह, शाहे शाहीन शाह गुरु गोबिंद सिंह। कादरे हर कार गुरु गोबिंद सिंह, बेकसार गुरु गोबिंद सिंह। बेकसार बेकसार गुरु गोबिंद सिंह। धन धन श्री गुरु ग्रंथ साहिब सच्चे पातशाह महाराज जी की पावन हजूरी विच सज बैठे सरहंद दियां दीवारां ते चमकौर साहब जी की गढ़ी दे वारशो। फतेह दी सांझ बख्शिश करो सारे आखिए जी। वाहिगुरु जी का खालसा, वाहिगुरु जी की फतेह। भाई साहब भाई जगजीत सिंह जी होरां ने वो शब्द सानू सरवण करवाया है, जिहड़ा शब्द धन श्री गुरु गोबिंद सिंह महाराज सच्चे पातशाह ने उस वेले उच्चारण किया जदों श्री गुरु गोबिंद सिंह महाराज सच्चे पातशाह माछीवाड़े दे जंगल विच कंढियां ते सौण लगे सन। कल वाली इतिहास कलड़ी नूं जोड़न वास्ते धन श्री गुरु गोबिंद सिंह जी महाराज सच्चे पातशाह का आशीर्वाद लैण लई सारी संगत कृपा करो ते आखिए जी सतनाम श्री वाहिगुरु। पंथ दा हुक्म मन के धन श्री गुरु गोबिंद सिंह जी महाराज सच्चे पातशाह चमकौर साहब की गढ़ी नूं छड्ड के जाण लई तैयार हो पे। तीन सिंघां ने नाल जाना सी, भाई दया सिंह जी, भाई धर्म सिंह जी, भाई मान सिंह जी। जिहड़े बाकी 8 सिंह सन उन्हां विचों भाई संत सिंह जी दे कलगी सजाई हुई सी। गुरु गोबिंद सिंह महाराज ने अपनी दस्तार सजा के उपर कलगी लाई
ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਪੁਸ਼ਾਕ ਭਾਈ ਸੰਗਤ ਸਿੰਘ ਨੂੰ ਪਹਿਨਾ ਦਿੱਤੀ। ਭਾਈ ਸੰਗਤ ਸਿੰਘ ਦੀ ਪੁਸ਼ਾਕ ਆਪ ਪਹਿਨ ਲਈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬੜੇ ਵੀਰ ਰਸ ਵਿੱਚ ਅੱਗੇ ਅੱਗੇ ਪੌੜੀਆਂ ਉਤਰ ਰਹੇ ਨੇ। ਚਮਕੌਰ ਸਾਹਿਬ ਦੀ ਗੜੀ ਨੂੰ ਛੱਡਣ ਦੀ ਐਨ ਬਿਲਕੁਲ ਤਿਆਰੀ ਹੈ। ਪੰਥ ਨੇ ਉਸ ਵੇਲੇ ਹੁਕਮ ਸੁਣਾਇਆ। ਗਿਆਨੀ ਕਰਤਾਰ ਸਿੰਘ ਜੀ ਬਲਗਣ ਕਹਿੰਦੇ ਨੇ, ਸਾਡਾ ਇਤਿਹਾਸ ਕਹਿੰਦਾ ਹੈ 5 ਸਿੱਖਾਂ ਨੇ ਜਦੋਂ ਸਾਡੀ ਸਿੱਖੀ ਐਨ ਕਿਨਾਰੇ ਤੇ ਪਹੁੰਚ ਗਈ, ਸਾਡਾ ਇਤਿਹਾਸ ਕਹਿੰਦਾ ਮੋਈ ਹੋਈ ਸਿੱਖੀ। 5 ਸਿੱਖਾਂ ਨੇ ਫੇਰ ਜਵਾਲ ਦਿੱਤੀ। ਘੜੀ ਮੌਤ ਦੀ ਆਈ ਸੀ ਪੰਥ ਉੱਤੇ, ਸਿੰਘਾਂ ਨੇ ਗੁਰੂ ਬਣ ਕੇ ਟਾਲ ਦਿੱਤੀ। ਐਨ ਪੰਥ ਦੇ ਮੌਤ ਦੀ ਘੜੀ ਆਣ ਪਹੁੰਚੀ, ਪਰ ਖਾਲਸਾ ਪੰਥ ਨੇ ਗੁਰੂ ਬਣ ਕੇ ਉਸ ਮੌਤ ਦੀ ਘੜੀ ਨੂੰ ਪੰਥ ਤੋਂ ਟਾਲ ਦਿੱਤਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਵੀਰ ਰਸ ਵਿੱਚ ਅੱਗੇ ਅੱਗੇ 11 ਤੇ 11 ਸਿੰਘ ਪਿੱਛੇ ਪਿੱਛੇ ਗੜੀ ਦੇ ਦਰਵਾਜ਼ੇ ਵੱਲ ਨੂੰ ਆ ਰਹੇ ਨੇ। ਗਿਆਨੀ ਕਰਤਾਰ ਸਿੰਘ ਜੀ ਬਲਗਣ ਕਹਿੰਦੇ ਨੇ, ਭਾਈ ਦਇਆ ਸਿੰਘ ਨੇ ਐਨ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੰਧੇ ਨਾਲ ਕੰਧਾ ਜੋੜ ਕੇ ਸੱਚੇ ਪਾਤਸ਼ਾਹ ਮਹਾਰਾਜ ਵੱਲ ਮੁੱਖ ਕਰਕੇ ਆਖਿਆ, ਪਾਤਸ਼ਾਹ ਤੁਸੀਂ ਤੇ ਚੁਬਾਰੇ ਵਿੱਚ ਵਹਿੰਦੇ ਸੀ ਜਿੱਥੇ ਅਜੀਤ ਸਿੰਘ ਸ਼ਹੀਦ ਹੋ ਕੇ ਡਿੱਗਾ ਸੀ, ਜੁਝਾਰ ਸਿੰਘ ਉਹਦੇ ਤੇ ਸ਼ਹੀਦ ਹੋ ਕੇ ਡਿੱਗਾ। ਪਾਤਸ਼ਾਹ ਜਿੱਥੇ ਤੇਰੇ ਦੋਵੇਂ ਲਾਲ ਸ਼ਹੀਦ ਹੋ ਕੇ ਡਿੱਗੇ ਨੇ, ਤੁਹਾਨੂੰ ਤੇ ਉਸ ਥਾਂ ਦਾ ਪਤਾ ਹੈ। ਭਾਈ ਦਇਆ ਸਿੰਘ ਆਖਣ ਲੱਗੇ, ਮਹਾਰਾਜ ਮੇਰੀ ਰਾਏ ਹੈ ਕਿ ਤੁਹਾਨੂੰ ਦੋਵੇਂ ਸਾਹਿਬਜ਼ਾਦਿਆਂ ਦੇ ਲਾਗੋਂ ਦੀ ਲੰਘ ਕੇ ਉਸ ਪਾਸੇ ਜਾਣਾ ਚਾਹੀਦਾ ਹੈ। ਗਿਆਨੀ ਕਰਤਾਰ ਸਿੰਘ ਜੀ ਬਲਗਣ ਕਹਿੰਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਦਇਆ ਸਿੰਘ ਮੈਂ ਚੁਬਾਰੇ 'ਚ ਬੈਠੇ ਵੇਖਿਆ ਹੈ, ਜਿੱਥੇ ਉਹ ਡਿੱਗੇ ਹਨ ਮੈਨੂੰ ਪਤਾ ਹੈ, ਪਰ ਜੋ ਤੂੰ ਕਹਿਣਾ ਇਹ ਨਹੀਂ ਹੋ ਸਕਦਾ। ਭਾਈ ਦਇਆ ਸਿੰਘ ਆਖਣ ਲੱਗਾ, ਮਹਾਰਾਜ ਜੇ ਤੁਸੀਂ ਉੱਧਰ ਨੂੰ ਲੰਘ ਜਾਓ ਤੇ ਦੋਵੇਂ ਆਪਣੇ ਪੁੱਤਰਾਂ ਨੂੰ ਜਾਣ ਲੱਗੇ ਆਪਣੇ ਪਵਿੱਤਰ ਹੱਥ ਦਾ ਪਿਆਰ ਦੇ ਜੋ ਤੁਸਾਂ ਕਿਹੜਾ ਕੁਝ ਹੋਰ ਦੇਣਾ ਹੈ, ਦੋ ਪੁੱਤਰਾਂ ਦੇ ਸਿਰ ਤੇ ਹੱਥ ਫੇਰ ਜਾਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਦਇਆ ਸਿਆਂ ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ ਹਾਂ, ਪਰ ਮੈਂ ਇਹ ਨਹੀਂ ਸੁਣ ਸਕਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘ ਹੋਰ ਸਮਝੇ, ਪੁੱਤ ਹੋਰ ਸਮਝੇ। ਭਾਈ ਦਇਆ ਸਿੰਘ ਜਿੰਨੇ ਬਾਰ ਸ਼ਹੀਦ ਹੋ ਕੇ ਡਿੱਗੇ ਨੇ, ਮੇਰੀ ਨਜ਼ਰ ਵਿੱਚ ਅਜੀਤ ਜੁਝਾਰ ਤੋਂ ਕੋਈ ਘੱਟ ਨਹੀਂ। ਜਿਨ੍ਹਾਂ ਨੇ ਮੇਰੇ ਤੋਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ, ਭਾਈ ਦਇਆ ਸਿੰਘ ਤੂੰ ਕੀ ਗੱਲਾਂ ਕਰਦਾ ਹੈ। ਮਹਾਰਾਜ ਆਖਣ ਲੱਗੇ, ਮੈਂ ਉਸ ਪਾਸੇ ਨੂੰ ਨਹੀਂ ਜਾਣਾ ਜਿੱਧਰ ਉਹ ਸ਼ਹੀਦ ਹੋ ਕੇ ਡਿੱਗੇ ਨੇ। ਇਤਿਹਾਸ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਧਰ ਨਹੀਂ ਗਏ। ਇਹ ਜੇ ਗੱਲ ਹਿੱਸੇ ਵਿੱਚ ਆਈ ਆ ਤੇ ਪੈਗੰਬਰਾਂ ਚੋਂ ਪੈਗੰਬਰ, ਰਹਿਬਰਾਂ ਚੋਂ ਰਹਿਬਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਗੜੀ ਵਿੱਚ ਨਿਕਲਣ ਤੋਂ ਪਹਿਲਾਂ ਯੁੱਧ ਨੀਤੀ ਤਿਆਰ ਕਰਕੇ ਦੱਸੀ। ਮਹਾਰਾਜ ਆਖਣ ਲੱਗੇ, ਗੜੀ ਦੇ ਇਸ ਪਾਸੇ ਫੌਜ ਨਹੀਂ ਹੈ, ਤੁਸੀਂ ਤਿੰਨਾਂ ਨੇ ਇਸ ਪਾਸੇ ਨਿਕਲਣਾ। ਘੇਰੇ ਤੋਂ ਬਾਹਰ ਜਾ ਕੇ ਵੱਖਰੀ ਵੱਖਰੀ ਦਿਸ਼ਾ ਵੱਲ ਤੁਰ ਜਾਣਾ, ਤਾਰੇ ਦੀ ਸੇਧ ਰੱਖ ਕੇ ਆਉਣਾ। ਗੁਲਾਬੀ ਮਸੰਦ ਦੇ ਖੂਹ ਤੇ ਮਿਲਾਂਗੇ। ਪਰ ਮਹਾਰਾਜ ਆਖਣ ਲੱਗੇ, ਮੈਂ 10 ਲੱਖ ਫੌਜ ਦੇ ਵਿੱਚੋਂ ਦੀ ਜਾਵਾਂਗਾ। ਹਜ਼ੂਰ ਆਖਣ ਲੱਗੇ, ਮੈਂ ਐਨ 10 ਲੱਖ ਫੌਜਾਂ ਨੂੰ ਲੰਘ ਕੇ ਉੱਚੀ ਸਾਰੀ ਆਖਾਂਗਾ, ਸਿੱਖਾਂ ਦਾ ਗੁਰੂ ਇੱਧਰ ਜਾ ਰਿਹਾ ਹੈ। ਭਾਈ ਦਇਆ ਸਿੰਘ ਜਦੋਂ ਫੌਜ ਉੱਧਰ ਦੌੜੇਗੀ, ਤੂੰ ਉੱਚੀ ਸਾਰੀ ਆਵਾਜ਼ ਮਾਰ ਕੇ ਆਖਣਾ,
ਸਿੱਖਾਂ ਦਾ ਗੁਰੂ ਇੱਧਰ ਜਾ ਰਿਹਾ ਹੈ, ਫੌਜ ਉਧਰ ਜਾਏਗੀ। ਭਾਈ ਧਰਮ ਸੇ ਫਿਰ ਤੁਸਾਂ ਇਹ ਗੱਲ ਆਖਣੀ, ਭਾਈ ਮਾਨ ਸੇ ਫਿਰ ਤੁਸਾਂ ਗੱਲ ਆਖਣੀ। ਯੁੱਧ ਨੀਤੀ ਦੇ ਮਹਾਨ ਬਾਦਸ਼ਾਹ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਇਸ ਤਰ੍ਹਾਂ ਹੀ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ 10 ਲੱਖ ਦੇ ਘੇਰੇ ਵਿੱਚੋਂ ਲੰਘ ਕੇ ਐਨ ਜਿੱਥੇ ਘੇਰਾ ਮੁੱਕ ਗਿਆ ਉੱਥੇ ਜਾ ਕੇ ਮਹਾਰਾਜ ਨੇ ਆਖਿਆ, ਸਿੱਖਾਂ ਦਾ ਗੁਰੂ ਇੱਧਰ ਜਾ ਰਿਹਾ ਹੈ, ਜਿਹਦੇ ਵਿੱਚ ਹਿੰਮਤ ਹੈ ਆਣ ਕੇ ਪਕੜ ਲਏ। ਫੌਜ ਉੱਬੜ ਵਾਏ ਉੱਠ ਕੇ ਉਧਰ ਨੂੰ ਦੌੜੇ ਪੈ ਗਈ। ਉਧਰੋਂ ਭਾਈ ਦਇਆ ਸਿੰਘ ਨੇ ਉੱਚੀ ਸਾਰੀ ਆਵਾਜ਼ ਵਿੱਚ ਆਖਿਆ, ਸਿੱਖਾਂ ਦਾ ਗੁਰੂ ਇੱਧਰ ਜਾ ਰਿਹਾ ਹੈ। ਉਧਰ ਨੂੰ ਕੁਝ ਫੌਜ ਦੌੜੀ, ਉਧਰੋਂ ਤੀਸਰੇ ਪਾਸੇ ਭਾਈ ਧਰਮ ਸਿੰਘ ਨੇ ਕਹਿ ਦਿੱਤਾ, ਸਿੱਖਾਂ ਦਾ ਗੁਰੂ ਇੱਧਰ ਜਾ ਰਿਹਾ। ਉਧਰੋਂ ਚੌਥੇ ਪਾਸੇ ਤੋਂ ਆਵਾਜ਼ ਆ ਗਈ। ਕੋਈ ਪਤਾ ਨਹੀਂ ਸੀ ਲੱਗ ਰਿਹਾ ਕਿਸ ਪਾਸੇ ਗੁਰੂ ਗੋਬਿੰਦ ਸਿੰਘ ਜਾ ਰਿਹਾ ਹੈ। ਉਧਰ ਨਗਾਰੇ ਦੀ ਚੋਟ ਤੇ ਇੱਕ ਸਿੰਘ ਚਮਕੌਰ ਸਾਹਿਬ ਦੀ ਹਵੇਲੀ ਤੇ ਚੁਬਾਰੇ ਵਿੱਚ ਨਗਾਰਾ ਖੜਕਾ ਕੇ ਕਹਿ ਰਿਹਾ ਸੀ, ਸਿੱਖਾਂ ਦਾ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹਵੇਲੀ ਵਿੱਚ ਬੈਠਾ ਹੈ, ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ ਅਜੇ ਹਵੇਲੀ ਵਿੱਚ ਹੈ, ਕਿੱਧਰ ਐਵੇਂ ਦੌੜੇ ਫਿਰਦੇ। ਸਾਧ ਸੰਗਤ ਇਤਿਹਾਸ ਕਹਿੰਦਾ ਕਿ ਯੁੱਧ ਨੀਤੀ ਦੇ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਸੀ ਵਿਉਂਤ ਬਣਾਈ ਕਿ ਕਈ ਹਜ਼ਾਰਾਂ ਵਿੱਚ ਉਹਨਾਂ ਦਾ ਆਪੋ ਵਿੱਚ ਕੱਟ ਵੱਢ ਕੇ ਨੁਕਸਾਨ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਸਾਹਿਬ ਦੇ ਘੇਰੇ ਨੂੰ ਤੋੜ ਕੇ ਲੰਘ ਗਏ। ਅਗਲੇ ਦਿਨ ਜਿਵੇਂ ਵਿਉਂਤਬੰਦੀ ਬਣਾਈ ਸੀ, ਭਾਈ ਸਮਤ ਸਿੰਘ ਨੂੰ ਕਹਿ ਕੇ ਗਏ ਸਨ, ਇਕੱਲੇ ਸਿੰਘ ਨੇ ਬਾਹਰ ਜਾ ਕੇ ਸ਼ਹਾਦਤ ਪ੍ਰਾਪਤ ਕਰਨੀ। ਸਭ ਤੋਂ ਅਖੀਰ ਤੇ ਭਾਈ ਸਮਤ ਸਿੰਘ ਤੁਸਾਂ ਸ਼ਹਾਦਤ ਪ੍ਰਾਪਤ ਕਰਨੀ। ਕੱਲੇ ਸਿੰਘ ਨੇ ਬਾਹਰ ਜਾ ਕੇ ਸ਼ਹਾਦਤ ਪ੍ਰਾਪਤ ਕੀਤੀ। ਭਾਈ ਸਮਤ ਸਿੰਘ ਨੇ ਸਭ ਤੋਂ ਅਖੀਰ ਤੇ ਘੋੜੇ ਤੇ ਸਵਾਰ ਹੋ ਕੇ 10 ਲੱਖ ਨਾਲ ਯੁੱਧ ਕਰਦੇ ਹੋਇਆ ਜਦੋਂ ਸ਼ਹੀਦੀ ਪ੍ਰਾਪਤ ਕੀਤੀ ਤੇ ਡਿੱਗਦਿਆਂ ਸਾਰ ਘੋੜੇ ਤੋਂ ਭਾਈ ਸਮਤ ਸਿੰਘ ਜਦੋਂ ਸ਼ਹੀਦ ਹੋ ਕੇ ਡਿੱਗੇ, ਜ਼ਾਲਮਾਂ ਨੇ ਵਜ਼ੀਰ ਖਾਨ ਨੇ ਦੁਹਾਈ ਦੇ ਕੇ ਆਖਿਆ, ਗੋਬਿੰਦ ਸਿੰਘ ਦਾ ਸਿਰ ਕੱਟ ਦਿਓ, ਸਿਰ ਕੱਟ ਦਿਓ। ਏਡੀ ਦਹਿਸ਼ਤ ਤੇ ਭੈ ਸੀ ਵੀ ਗੁਰੂ ਗੋਬਿੰਦ ਸਿੰਘ ਜ਼ਖਮੀ ਹੋਇਆ ਕਿਤੇ ਫੇਰ ਨਾ ਉੱਠ ਪਏ। ਛੇਤੀ ਨਾਲ ਇੱਕ ਜ਼ਾਲਮ ਪਿਆ, ਉਹਨੇ ਤਲਵਾਰ ਦਾ ਵਾਰ ਕਰਕੇ ਭਾਈ ਸਮਤ ਸਿੰਘ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ। CID ਰਿਪੋਰਟਰ ਹੁੰਦੇ ਨੇ ਜਿਹੜੇ ਅਨੰਦਪੁਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚੋਂ ਰਿਪੋਰਟ ਲਿਆਉਂਦੇ ਸੀ। ਜਦੋਂ ਉਹਨਾਂ ਨੂੰ ਬੁਲਾਇਆ ਗਿਆ ਖੁਫੀਆ ਰਿਪੋਰਟਾਂ ਵਾਲਿਆਂ ਨੂੰ, ਉਹਨਾਂ ਨੇ ਭਾਈ ਸਮਤ ਸਿੰਘ ਦਾ ਸਿਰ ਦੇਖ ਕੇ, ਸੀਸ ਦੇਖ ਕੇ ਸਾਰੀ ਫੌਜ ਐਨ ਖੁਸ਼ੀਆਂ ਵਿੱਚ ਕੁੱਦ ਰਹੀ ਹੈ ਵੀ ਕਲਗੀ ਲੱਗੀ ਹੋਈ, ਉਹੀ ਪੁਸ਼ਾਕ, ਉਹੀ ਦਸਤਾਰ, ਉਹੀ ਸੋਨੇ ਦੇ ਚੱਕਰ, ਕੁੱਦ ਕੇ ਧਰਤੀ ਦੇ ਫੌਜ ਦੇ ਪੈਰ ਨਹੀਂ ਲੱਗਦੇ ਵੀ ਗੋਬਿੰਦ ਸਿੰਘ ਦਾ ਸੀਸ ਕਲਮ ਕਰ ਦਿੱਤਾ ਹੈ। ਜਦੋਂ ਸ਼ਨਾਖਤ ਕਰਨ ਵਾਲੇ ਆਏ ਜਿਹੜੇ ਅਨੰਦਪੁਰ ਜਾਂਦੇ ਹੁੰਦੇ ਸਨ, ਉਹਨਾਂ ਨੇ ਜਦੋਂ ਆਣ ਕੇ ਦੇਖਿਆ, ਅਨੰਦਪੁਰ ਕਈ ਵਾਰੀ ਆਣ ਕੇ ਸਮਤ ਸਿੰਘ ਦੇ ਦਰਸ਼ਨ ਕੀਤੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਖੁਫੀਆ ਰਿਪੋਰਟਰ ਆਏ, ਉਹਨਾਂ ਨੇ ਬੜੀ ਉਦਾਸੀ ਵਿੱਚ ਆਣ ਕੇ ਚੰਗੀ ਤਰ੍ਹਾਂ ਸ਼ਨਾਖਤ ਕਰਕੇ ਜਦੋਂ ਸਿਰ ਫੇਰ ਦਿੱਤਾ ਵੀ ਇਹ ਗੁਰੂ ਗੋਬਿੰਦ ਸਿੰਘ ਨਹੀਂ ਹੈ। ਵਜ਼ੀਰ ਖਾਨ ਤੇ ਬਾਕੀ ਕਾਬਲ ਦਾ ਗਵਰਨਰ, ਲਾਹੌਰ ਦਾ ਗਵਰਨਰ, ਪਿਸ਼ਾਵਰ ਦਾ ਗਵਰਨਰ, ਦਿੱਲੀ ਦਾ ਗਵਰਨਰ, 10 ਲੱਖ ਫੌਜ ਦੇ ਜਿੰਨੇ ਗਵਰਨਰ ਸਨ ਵੱਖਰੀਆਂ ਫੌਜਾਂ ਦੇ, ਜਦੋਂ ਖੁਫੀਆ ਰਿਪੋਰਟਰਾਂ ਨੇ ਸਿਰ ਫੇਰ ਦਿੱਤਾ, ਉਹਨਾਂ ਦਾ ਲੱਕ ਟੁੱਟ ਗਿਆ। ਇਹ ਹਾਰ ਨਾਲੋਂ ਵੀ ਨਮੋਸ਼ੀ ਵਾਲੀ ਹਾਰ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ 10 ਲੱਖ ਦੀ ਫੌਜ ਵਿੱਚੋਂ ਜਿਉਂਦਾ ਨਿਕਲ ਗਿਆ ਔਰ ਲਲਕਾਰ ਕੇ ਗਿਆ। ਉਹ ਆਵਾਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੀ, ਜਿਨ੍ਹੇ ਆਖਿਆ ਵੀ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਜੇ ਕਿਸੇ ਵਿੱਚ ਹਿੰਮਤ ਹੈ ਤੇ ਆਣ ਕੇ ਪਕੜ ਲਏ। ਬਸ ਇਹ ਹਾਰ ਬੜੀ ਨਮੋਸ਼ੀ ਵਾਲੀ ਹਾਰ ਸੀ। ਵਜ਼ੀਰ ਖਾਨ ਤੇ ਉੱਥੇ ਰਿਹਾ,
जिन्ने गवर्नर आए सन आपो अपनी फौजां लैके वापस हो गए। टुटे हुए दिल ते कमरा नाल वापस हो गए। वजीर खान ने कुछ दस्ते इलाके में भेज दिते भी छाणबीन की जाए, शायद गुरु गोबिंद सिंह मिल जाए। पर बाकी जरनैल बाकी गवर्नर ये कह के फौजां लैके वापस चले गए। वजीर खान तू कमला हो गया, जिहड़ा 10 लाख के घेरे विच साडे हाथ विच नहीं आया, जंगल विच कित्थों काबू आएगा। पर वजीर खान इस गल नूं ना समझदा होया फिर भी कखी पराली हथ मारदा है, पूरे गुरु नूं पकड़न की कोशिश करदा है। गश्ती फौजां पिछे ला दित्तियां। भाई संग सिंह होरी शहीद हो गए। गुरु गोबिंद सिंह महाराज बनाई हुई विਉਂਤਬੰਦੀ अनुसार माछीवाड़े के जंगल में चल पे। साध संगत जदों पहू फटाला होया, अज भी उत्थे पिंड किड़ी पिंड है। किड़ी पिंड के बाहरवार 2 गुज्जर भरा मुसलमान अल्फू ते गामू माल डंगर चा रहे सन। उन्होंने किते गुरु गोबिंद सिंह महाराज नूं पछाण लिया। वो किते आनंदपुर साहब गए सन। उन्होंने दुहाई दे दी, गुरु गोबिंद सिंह, गुरु गोबिंद सिंह। गुरु गोबिंद सिंह महाराज ने अल्फू ते गामू दो भरावां नूं बड़े प्यार नाल समझाया, पर वो ना समझे। फिर उन्होंने 5-5 मोहरां सोने दी दित्तियां। उन्होंने सोने दी मोहरां लैण तो इनकार कर दिता, रौला पा दिता। गुरु गोबिंद सिंह महाराज ने तंग आके गुरु गोबिंद सिंह महाराज ने उन्होंने फिर उन्हों के सिर तड़ नालों वख कर दिते दोनों दे। गुरु गोबिंद सिंह महाराज जफरनामे च कहते ने, जदों प्यार का दरवाजा बंद हो जाए फिर चूंकार अज हमा हील ते दर गुजस्त, हलाल अस्त बुरदन बाश नशीर दस्त। जदों प्यार ना को मने फिर तलवार की मुट्ठी ते हाथ रखना पैंदा है। गुरु गोबिंद सिंह महाराज ने प्यार नाल भी आखिया, सोने दी मोहरां भी दित्तियां। पर जदों ना रौला पाउण बाज आए गुरु गोबिंद सिंह महाराज ने फिर उन्होंने झटका दिता। गुरु गोबिंद सिंह महाराज जदों बहलोल पिंड विच गए, दिन चढ़ चुका सी। श्री गुरु गोबिंद सिंह महाराज सच्चे पातशाह ने जंड दे हेठ कुछ समा आराम किया। झाड़ियां दे विचों दी लंघदियां लंघदियां गुरु गोबिंद सिंह महाराज का रेशमी बाणा, रेशमी पोशाक लीरो लीर होई पई सी। कोई लीर किसे पासे लमकदी सी, कोई लीर किसे पासे लमकदी सी। धन गुरु गोबिंद सिंह महाराज जी दे कोमल पैरां दे विचों दी कई कंडे आर पार हो गए। गुरु गोबिंद सिंह महाराज जी दे चरण लहू लहान होए पए सन। गुरु गोबिंद सिंह महाराज ने कुछ पल जांड हेठ बैठ के आराम किया। गुरु गोबिंद सिंह महाराज फिर अगे चल पे। गुलाबे मसंद के खूह ते माछीवाड़े के जंगल तो बाहर ते पिंड तो बाहर उहदा खूह सी। गुरु गोबिंद सिंह महाराज खूह ते गए। 2 घुट टिंड विचों पानी दे भर के महाराज ने पीता। शरीर नूं प्यास भी लगती है, इनू थकेवा भी, इनू नींदरा भी। 2 घुट पानी पी के धन गुरु गोबिंद सिंह महाराज उस खूह तो थोड़ा जिहा दरेडे जंगल की झाड़ी विच महाराज सच्चे पातशाह लम्मे पै गए। 2 पल आराम करने वास्ते भी दया सिंह होरां दे आउण तो पहला मैं कुछ समा आराम कर लवां। साध संगत जदों लम्मे पैन लगे गुरु गोबिंद सिंह महाराज सच्चे पातशाह ते कंडे झाड़ियां दे खिलरे होए श्री साहब दी नोक दे नाल गुरु गोबिंद सिंह महाराज ने कंडियां नूं एक पासे कीता। जदों सच्चे पातशाह महाराज लम्मे पैन लगे, गुरु गोबिंद सिंह महाराज का सुभाअ सी वक्खी पार लम्मे पैंदे सन, सौंदे सन। नंदेड़ साहब जदों 2 मुसलमानां ने महाराज दे जमशेद खाने खंजर मारिया सी, उदों भी महाराज वक्खी पार सुते हुए सन, वक्खी पार ही सौंदे सन। गुरु गोबिंद सिंह महाराज जदों कंडियां नूं एक पासे करके तलवार दे नोक नाल गुरु गोबिंद सिंह महाराज लगे लम्मे पैन, एक खूह की टिंड महाराज ने लई अपने सराहने रखी
ਟਿੰਡ ਦਾ ਸਰਾਣਾ ਬਣਾ ਕੇ ਮਹਾਰਾਜ ਜਦੋਂ ਲੱਗੇ ਲੰਮੇ ਪੈਣ, ਕੰਡੇ ਥੋੜੇ ਬਹੁਤੇ ਪਾਸੇ ਕਰਕੇ ਥੋੜੇ ਜਿਹੇ ਕੰਡੇ ਚੁੱਭੇ ਵੀ ਹੋਣਗੇ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਲੰਮੇ ਪੈਣ ਲੱਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਥੋੜਾ ਜਿਹਾ ਮੁਸਕਰਾ ਕੇ ਕਹਿੰਦੇ ਨੇ, ਐ ਹਵਾਏ, ਜਿਸ ਪਾਸੇ ਤੂੰ ਜਾਵੇਂ ਮੇਰੇ ਮਿੱਤਰ ਨੂੰ ਇੱਕ ਸੁਣਾ ਦੇਈਂ। ਜਦੋਂ ਮਿੱਤਰ ਵਿਪਤਾ ਵਿੱਚ ਹੋਵੇ, ਦੂਸਰਾ ਮਿੱਤਰ ਸੋਚਦਾ ਵੀ ਪਤਾ ਨਹੀਂ ਕੀ ਹਾਲ ਹੋਵੇਗਾ, ਮੇਰਾ ਮਿੱਤਰ ਪਿਆਰਾ ਸੋਚਦਾ ਹੋਵੇਗਾ ਵੀ ਗੋਬਿੰਦ ਸਿੰਘ ਦਾ ਘਰ ਨਹੀਂ ਰਿਹਾ, ਪੁੱਤਰ ਨਹੀਂ ਰਹੇ, ਪਰਿਵਾਰ ਨਹੀਂ ਰਿਹਾ, ਬਾਣਾ ਨਹੀਂ ਰਿਹਾ, ਜੋੜਾ ਨਹੀਂ, ਘੋੜਾ ਨਹੀਂ, ਬਾਜ ਨਹੀਂ, ਤਾਜ ਨਹੀਂ। ਇਕੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਫਕੀਰਾਂ ਵਾਂਗ ਅੱਜ ਕੰਡਿਆਂ ਤੇ ਸੌਣ ਲੱਗਾ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਚੜ੍ਹਦੀ ਕਲਾ ਵਿੱਚ ਇੱਕ ਸੁਨਾਹ ਦਿੰਦੇ ਨੇ ਉਸ ਪਰਮੇਸ਼ਰ ਨੂੰ, ਜੋ ਭਾਈ ਜਗਜੀਤ ਸਿੰਘ ਹੋਰਾਂ ਨੇ ਸ਼ਬਦ ਗਾਇਆ। ਸਾਧ ਸੰਗਤ ਭਾਈ ਵੀਰ ਸਿੰਘ ਕਹਿੰਦੇ ਨੇ, ਬੜਾ ਦਰਦ ਭਰਿਆ ਸੱਦ ਗਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਮੇਸ਼ਰ ਨੂੰ ਸੁਨਾਹ ਦੇਣ ਵਾਸਤੇ। ਜਦੋਂ ਹਜ਼ੂਰ ਲੰਮੇ ਪੈਣ ਲੱਗੇ, ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ, ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ, ਹਾਲ ਮਰੀਦਾਂ ਦਾ ਕਿ ਗੋਬਿੰਦ ਸਿੰਘ ਠੀਕ ਠਾਕ ਹੈ, ਗੋਬਿੰਦ ਸਿੰਘ ਚੜ੍ਹਦੀ ਕਲਾ ਵਿੱਚ ਹੈ। ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ, ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ, ਹਾਲ ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਤੁਧ ਬਿਨ ਨਾਗ ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ, ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ, ਹਾਲ ਮਰੀਦਾਂ ਨਾਗ ਸੱਪ ਨੂੰ ਕਹਿੰਦੇ ਨੇ। ਨਾਗ ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ, ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ, ਹਾਲ ਮਰੀਦਾਂ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਦੇ ਕੰਢਿਆਂ ਤੇ ਸੌਂ ਗਏ। ਉਧਰੋਂ ਤਿੰਨ ਸਿੰਘ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਵੱਖਰੇ ਵੱਖਰੇ ਰਸਤਿਆਂ ਦੇ ਹੁੰਦੇ ਹੋਏ ਗੁਲਾਬੇ ਮਸੰਦ ਦੇ ਬਾਗ ਵਿੱਚ ਆ ਗਏ। ਗੁਲਾਬੇ ਮਸੰਦ ਦਾ ਜਿਹੜਾ ਰਖਵਾਲਾ ਸੀ ਬਾਗ ਦਾ, ਉਹ ਬਾਗ ਵਿੱਚ ਫਿਰ ਰਿਹਾ ਸੀ, ਘੁੰਮ ਰਿਹਾ ਸੀ। ਭਾਈ ਦਇਆ ਸਿੰਘ ਹੋਰਾਂ ਨੇ ਆਵਾਜ਼ ਮਾਰੀ, ਗੁਲਾਬੇ ਮਸੰਦ ਦਾ ਨੌਕਰ ਆਇਆ। ਭਾਈ ਦਇਆ ਸਿੰਘ ਹੋਰੀ ਆਖਣ ਲੱਗੇ ਗੁਲਾਬੇ ਮਸੰਦ ਦੇ ਨੌਕਰ ਨੂੰ, ਬਾਗ ਦੇ ਰਾਖੇ ਨੂੰ, ਕਿ ਤੂੰ ਸਾਡੇ ਵਰਗਾ ਸਿੰਘ ਨਹੀਂ ਇੱਥੇ ਦੇਖਿਆ। ਗੁਲਾਬੇ ਮਸੰਦ ਦਾ ਰਾਖਾ, ਬਾਗ ਦਾ ਰਾਖਾ ਆਖਣ ਲੱਗਾ, ਤੁਹਾਡੇ ਵਰਗਾ ਇੱਕ ਸਿੰਘ ਉਹ ਜੰਗਲ ਦੀਆਂ ਝਾੜੀਆਂ ਵਿੱਚ ਸੁੱਤਾ ਹੋਇਆ ਹੈ। ਭਾਈ ਦਇਆ ਸਿੰਘ ਹੋਰੀ ਸਮਝ ਗਏ। ਭਾਈ ਦਇਆ ਸਿੰਘ ਹੋਰੀ ਉਸ ਪਾਸੇ ਨੂੰ ਚੱਲ ਪਏ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੁੱਤੇ ਹੋਏ ਸਨ। ਦੂਰੋਂ ਦੇਖ ਲਿਆ ਸਾਡੇ ਪ੍ਰੀਤਮ ਸੁੱਤੇ ਨੇ। ਭਾਈ ਦਇਆ ਸਿੰਘ ਨੇ ਇਸ਼ਾਰੇ ਨਾਲ ਤਿੰਨਾਂ ਦੂ ਸਿੰਘਾਂ ਨੂੰ ਆਖਿਆ ਵੀ ਐਨ ਦੱਬੇ ਪੈਰੀ ਆਉਣਾ, ਖੜਾਕ ਸੁਣ ਕੇ ਕਿਤੇ ਪ੍ਰੀਤਮ ਦੀ ਨੀਂਦਰ ਨਾ ਖੁੱਲ ਜਾਏ। ਕਈ ਦਿਨਾਂ ਦਾ ਉਣੀਂਦਰਾ ਹੈ। ਦੱਬੇ ਹੋਏ ਪੈਰਾਂ ਨਾਲ ਭਾਈ ਦਇਆ ਸਿੰਘ ਅੱਗੇ ਅੱਗੇ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ ਪਿੱਛੇ ਪਿੱਛੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਾ ਕੇ ਐਨ ਕਿਤੇ ਦੋ ਪੱਤੇ ਵੀ ਆਪਸ ਵਿੱਚ ਨਾ ਖੜਕ ਜਾਣ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ
ਚਰਨਾਂ ਵਾਲੇ ਪਾਸੇ ਹੋ ਕੇ ਤਿੰਨੇ ਸਿੰਘ ਬੈਠ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵੱਲ ਵੇਖ ਵੇਖ ਕੇ ਤਿੰਨੇ ਸਿੰਘ ਆਪਣੀਆਂ ਚਾਦਰਾਂ ਦੇ ਨਾਲ, ਹਜ਼ੂਰੀਆਂ ਦੇ ਨਾਲ ਆਪਣੇ ਪਿਆਰ ਦੇ ਅਥਰੂ ਪੂੰਝ ਰਹੇ ਹਨ। ਤਿੰਨਾਂ ਸਿੰਘਾਂ ਨੇ ਹਜ਼ੂਰ ਦੇ ਲਹੂ ਲਹਾਨ ਹੋਏ ਚਰਨ ਦੇਖੇ। ਕੁਝ ਖੂਨ ਠੰਡ ਦੇ ਨਾਲ ਜੰਮ ਚੁੱਕਾ ਸੀ ਚਰਨਾਂ ਨਾਲ, ਕੁਝ ਅਜੇ ਵੀ ਖੂਨ ਵਹਿ ਰਿਹਾ ਸੀ। ਹਜ਼ੂਰ ਦਾ ਪੋਸ਼ਾਕ, ਹਜ਼ੂਰ ਦਾ ਬਾਣਾ ਲੀਰੋ ਲੀਰ। ਤਿੰਨੇ ਸਿੰਘ ਭਾਈ ਵੀਰ ਸਿੰਘ ਕਹਿੰਦੇ ਨੇ ਵਾਰੀ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਨੂੰ ਚੁੰਮਣਾ ਤੇ ਚਾਹੁੰਦੇ ਨੇ, ਪਰ ਪ੍ਰੀਤਮ ਜਾਗਣਾ ਪਏ। ਆਪਣੇ ਤਿੰਨੇ ਸਿੰਘ ਮੁਖ ਲਾਗੇ ਕਰਕੇ ਨਾਲ ਨਹੀਂ ਲਾਉਂਦੇ, ਪਰ ਤਿੰਨਾਂ ਸਿੰਘਾਂ ਨੇ ਮਹਾਰਾਜ ਜੀ ਦੇ ਚਰਨਾਂ ਨੂੰ ਚੁੰਮਣ ਦੀ ਕੋਸ਼ਿਸ਼ ਕੀਤੀ। ਕੁਝ ਸਮੇਂ ਬਾਅਦ ਸਿੰਘ ਤੇ ਗੁਰੂ ਗੋਬਿੰਦ ਸਿੰਘ ਦੇ ਚਰਨ ਦੇਖ ਕੇ ਵੈਰਾਗੀ ਹੋਏ ਪਏ ਹਨ। ਕਦੇ ਆਪੋ ਵਿੱਚ ਦੇਖਦੇ ਹਨ, ਕਦੇ ਮਹਾਰਾਜ ਦੇ ਪੈਰਾਂ ਵੱਲ ਦੇਖਦੇ ਹਨ, ਕਦੇ ਬਾਣੇ ਵੱਲ ਦੇਖਦੇ ਨੇ। ਉਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਠ ਪਏ। ਮਹਾਰਾਜ ਨੇ ਵੱਖੀ ਪਾਰ ਤੋਂ ਸਿੱਧੇ ਹੋਏ, ਵੇਖਿਆ ਤਿੰਨੇ ਸਿੰਘ ਬੈਠੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਪਿਆਰ ਨਾਲ ਆਖਣ ਲੱਗੇ, ਭਾਈ ਦਇਆ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾਈ। ਭਾਈ ਦਇਆ ਸਿੰਘ ਆਖਣ ਲੱਗਾ, ਮਹਾਰਾਜ ਸਭ ਤਾਕਤਾਂ ਦੇ ਮਾਲਕ ਹੁੰਦਿਆਂ ਇਹ ਕੀ ਪਾਣਾ ਵਰਤਾ ਦਿੱਤਾ ਹੈ? ਮਹਾਰਾਜ ਇਹ ਕੀ ਦੇਖ ਰਹੇ ਹਨ? ਮਹਾਰਾਜ ਇਹ ਕੀ ਪਾਣਾ ਵਰਤਾ ਦਿੱਤਾ ਹੈ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਭਾਈ ਦਇਆ ਸਿੰਘ, ਇਹ ਮੇਰੇ ਕਰਤਾਰ ਦੀ ਰਜਾ ਹੈ। ਜੇ ਪਹਿਲਾ ਸਮਾਂ ਨਹੀਂ ਰਿਹਾ ਭਾਈ ਦਇਆ ਸਿੰਘ, ਇਹ ਵੀ ਸਮਾਂ ਨਹੀਂ ਰਹੇਗਾ। ਭਾਈ ਮਾਨ ਸਿੰਘ ਨੇ ਆਖਿਆ, ਮਹਾਰਾਜ ਜਿੱਧਰੋਂ ਦੇ ਅਸੀਂ ਲੰਘ ਕੇ ਆਏ ਹਾਂ, ਪੈਰ ਪੈਰ ਤੇ ਗਸ਼ਤੀ ਫੌਜਾਂ ਘੁੰਮ ਰਹੀਆਂ ਹਨ। ਮਹਾਰਾਜ ਮੇਰੀ ਇੱਕ ਰਾਏ ਹੈ। ਹਾਂ ਭਾਈ ਮਾਨ ਸਿੰਘ, ਕੀ ਤੇਰੀ ਰਾਏ ਹੈ? ਭਾਈ ਮਾਨ ਸਿੰਘ ਕਹਿੰਦਾ, ਮਹਾਰਾਜ ਇੱਥੋਂ ਸਾਨੂੰ ਛੇਤੀ ਅੱਗੇ ਚਲੇ ਜਾਣਾ ਚਾਹੀਦਾ ਹੈ। ਗਸ਼ਤੀ ਫੌਜਾਂ ਇੱਥੇ ਵੀ ਪਹੁੰਚ ਸਕਦੀਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੇ, ਭਾਈ ਮਾਨ ਸਿੰਘ, ਅਕਾਲ ਪੁਰਖ ਨੇ ਮੇਰਾ ਸਾਥ ਨਹੀਂ ਛੱਡਿਆ। ਭਾਈ ਮਾਨ ਸਿੰਘ, ਆਫਰੀਨ ਮੇਰੇ ਬਹਾਦਰਾਂ ਦੇ, ਜਿਨ੍ਹਾਂ ਨੇ 10 ਲੱਖ ਦੇ ਸਾਹਮਣੇ ਇੱਕ ਵੀ ਮੇਰੇ ਬਹਾਦਰ ਯੋਧੇ ਨੇ ਹਥਿਆਰ ਨਹੀਂ ਸੁੱਟਿਆ। ਭਾਈ ਮਾਨ ਸਿੰਘ, ਮੇਰੇ ਬਹਾਦਰਾਂ ਨੇ ਸਾਥ ਨਹੀਂ ਛੱਡਿਆ। ਭਾਈ ਮਾਨ ਸਿੰਘ, ਮੇਰੇ ਅਕਾਲ ਪੁਰਖ ਨੇ ਸਾਥ ਨਹੀਂ ਛੱਡਿਆ। ਭਾਈ ਮਾਨ ਸਿੰਘ, ਮੇਰੇ ਬਹਾਦਰੋ, ਤੁਸਾਂ ਮੇਰਾ ਸਾਥ ਨਹੀਂ ਛੱਡਿਆ। ਭਾਈ ਮਾਨ ਸਿੰਘ, ਮੇਰੇ ਦਿਲ ਨੇ ਸਾਥ ਨਹੀਂ ਛੱਡਿਆ। ਪਰ ਭਾਈ ਮਾਨ ਸਿੰਘ, ਹੁਣ ਮੇਰੇ ਪੈਰ ਸਾਥ ਛੱਡ ਗਏ ਹਨ। ਮਹਾਰਾਜ ਆਖਣ ਲੱਗੇ, ਹੁਣ ਮੇਰੇ ਪੈਰ ਇਸ ਤੋਂ ਅੱਗੇ ਨਹੀਂ ਜਾ ਸਕਦੇ। ਭਾਈ ਮਾਨ ਸਿੰਘ, ਮੈਂ ਇਹਨਾਂ ਪੈਰਾਂ ਨੂੰ ਆਖਿਆ ਸੀ ਇੱਕ ਵਾਰੀ ਮੈਨੂੰ ਮਾਛੀਵਾੜੇ ਦੇ ਜੰਗਲ ਤੱਕ ਲੈ ਜਾਓ। ਭਾਈ ਮਾਨ ਸਿੰਘ, ਹੁਣ ਮੇਰੇ ਪੈਰ ਇਸ ਤੋਂ ਅੱਗੇ ਨਹੀਂ ਜਾ ਸਕਦੇ। ਭਾਈ ਮਾਨ ਸਿੰਘ ਵੱਲ ਹਜ਼ੂਰ ਨੇ ਆਪਣੇ ਚਰਨ ਕੀਤੇ। ਭਾਈ ਮਾਨ ਸਿੰਘ, ਅਜੇ ਵੀ ਕਈ ਕੰਡੇ ਆਰ ਪਰ ਹੋਏ ਪਏ ਨੇ। ਭਾਈ ਮਾਨ ਸਿੰਘ, ਮੇਰੇ ਪੈਰ ਇਸ ਤੋਂ ਅੱਗੇ ਨਹੀਂ ਜਾ ਸਕਦੇ। ਭਾਈ ਮਾਨ ਸਿੰਘ ਨੇ ਵੈਰਾਗੀ ਹੋ ਕੇ ਆਖਿਆ, ਪਾਤਸ਼ਾਹ ਗਸ਼ਤੀ ਫੌਜਾਂ ਘੁੰਮ ਰਹੀਆਂ ਨੇ। ਮਹਾਰਾਜ ਮੈਂ ਤੁਹਾਨੂੰ ਕੰਧਿਆਂ ਤੇ ਚੁੱਕ ਕੇ ਲੈ ਜਾਵਾਂਗਾ। ਅਜੇ ਇੰਨੀ ਗੱਲ ਹੀ ਕਰਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਭਾਈ ਦਇਆ ਸਿੰਘ, ਮੇਰੇ ਬਹਾਦਰੋ, ਆਫਰੀਨ ਉਹਨਾਂ ਯੋਧਿਆਂ ਦੇ ਜਿਨ੍ਹਾਂ ਨੇ ਇੱਕ ਨੇ ਵੀ 10 ਲੱਖ ਸਾਹਮਣੇ ਹਥਿਆਰ ਨੇ ਸੁੱਟੇ, ਟੋਟਾ ਟੋਟਾ ਹੋ ਕੇ ਸ਼ਹੀਦ ਹੋ ਗਏ। ਭਾਈ ਦਇਆ ਸਿੰਘ ਆਖਣ ਲੱਗਾ, ਮਹਾਰਾਜ ਲੜੇ ਤੇ ਸਾਰੇ ਯੋਧੇ ਬੜੇ ਨੇ, ਪਰ ਮਹਾਰਾਜ ਤੁਸੀਂ ਦੇ ਚੁਬਾਰੇ ਵਿੱਚ ਦੇਖਿਆ ਸੀ, ਮੈਂ ਵੀ ਤੁਹਾਡੇ ਨਾਲ ਸਾਂ। ਮਹਾਰਾਜ 14 ਸਾਲ ਦਾ ਯੋਧਾ, 14 ਸਾਲ ਦਾ ਤੇਰਾ ਛੋਟਾ ਪੁੱਤਰ 10 ਲੱਖ ਨਾਲ ਜਿਵੇਂ ਲੜ ਕੇ ਜੂਝ ਕੇ ਆਖਰੀ ਦਮਾਂ ਤੱਕ ਸ਼ਹੀਦ ਹੋਇਆ। ਪਾਤਸ਼ਾਹ ਵਾਰੇ ਵਾਰੇ ਜਾਈਏ ਤੇਰੇ 14 ਸਾਲ ਦੇ ਪੁੱਤਰ ਯੋਧੇ ਤੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਵੀ ਫਿਰ ਜੁਝਾਰ ਸਿੰਘ ਜੀ ਹੋਇਆ, ਜੂਝ ਕੇ ਸ਼ਹੀਦ ਹੋਣ ਵਾਲਾ। ਗੁਰੂ ਗੋਬਿੰਦ ਸਿੰਘ ਪੁੱਤਰ ਦੀ ਉਹਨੇ ਸਿਫਤ ਨਹੀਂ ਕਰਦੇ ਜਿੰਨੀ ਬਹਾਦਰਾਂ ਦੀ ਸਿਫਤ ਕਰਦੇ ਨੇ। ਦਇਆ ਸਿੰਘ ਕਹਿੰਦਾ, ਮਹਾਰਾਜ ਜੇ ਸਾਰਿਆਂ ਤੋਂ ਬਹਾਦਰੀ ਦਾ ਜ਼ੋਰ ਵਿਖਾਇਆ ਤੇ 14 ਸਾਲ ਦੇ ਛੋਟੇ ਉਮਰ ਦੇ ਬਹਾਦਰ ਨੇ ਵਿਖਾਇਆ। ਉਧਰੋਂ ਗੁਲਾਬਾ ਮਸੰਦ ਦੁੱਧ ਦਾ ਬਾਲਟਾ, ਗਰਮ ਦੁੱਧ ਦਾ ਬਾਲਟਾ ਲੈ ਕੇ ਆਇਆ। ਅਸਲ ਵਿੱਚ ਉਹਦੇ ਨੌਕਰ ਨੇ ਜਾ ਕੇ ਦੱਸਿਆ ਕੁਝ ਸਿੱਖ ਆਣ ਕੇ ਜੰਗਲ ਵਿੱਚ ਬੈਠੇ ਨੇ ਸਾਡੇ ਖੂਹ ਦੇ ਕੋਲ। ਗੁਲਾਬੇ ਮਸੰਦ ਨੇ ਸੋਚਿਆ ਵੀ ਆਨੰਦਪੁਰੋਂ ਕੋ ਸਿੰਘ ਆਏ ਹੋਣਗੇ। ਗੁਲਾਬਾ ਮਸੰਦ
ਗੁਰੂ ਗੋਬਿੰਦ ਸਿੰਘ ਦੇ ਸਿੱਖ ਸਮਝ ਕੇ ਇੱਕ ਦੁੱਧ ਦਾ ਗਰਮ ਬਾਲਟਾ ਲੈ ਕੇ ਆਇਆ। ਜਦੋਂ ਆਣ ਕੇ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਗੁਲਾਬਾ ਮਸੰਦ ਜਾਂਦਾ ਹੀ ਰਹਿੰਦਾ ਹੁੰਦਾ ਸੀ ਅਨੰਦਪੁਰ ਸਾਹਿਬ। ਜਦੋਂ ਵੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਪੈਰਾਂ ਥੱਲੇ ਜ਼ਮੀਨ ਨਿਕਲ ਗਈ, ਚਰਨਾਂ ਨੂੰ ਲਪਟ ਪਿਆ, ਸਿਰ ਸੁੱਟ ਕੇ ਆਖਣ ਲੱਗਾ, ਮਹਾਰਾਜ ਇਹ ਕੀ ਪਾਣਾ ਵਰਤ ਗਿਆ ਹੈ। ਮਹਾਰਾਜ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਤਾਂ ਸੋਚਿਆ ਤੁਹਾਡੇ ਕੋਲ ਖਾਲਸੇ ਸਿੱਖ ਆਏ ਨੇ। ਮਹਾਰਾਜ ਤੁਸੀਂ, ਮਹਾਰਾਜ ਇਸ ਹਾਲਤ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿਰ ਤੇ ਹੱਥ ਰੱਖਿਆ। ਸਮਰੱਥ ਗੁਰੂ ਸਿਰ ਹੱਥ ਧਰਿਓ, ਉਹਨੂੰ ਹੌਸਲਾ ਦਿੱਤਾ। ਗੁਲਾਬਾ ਮਸੰਦ ਆਖਣ ਲੱਗਾ, ਮਹਾਰਾਜ ਘਰ ਚਲੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਮੇਰੇ ਕੋਲ ਤੁਰ ਕੇ ਨਹੀਂ ਹੁਣ ਜਾਇਆ ਜਾਣਾ। ਪੈਰ ਜਵਾਬ ਦੇ ਗਏ ਨੇ। ਸਾਧ ਸੰਗਤ ਯਾਦ ਰੱਖੋ, ਜਿਹੜੇ ਉੱਚ ਦੇ ਪੀਰ ਬਣੇ ਨੇ ਮਹਾਰਾਜ, ਸਾਧ ਸੰਗਤ ਉੱਚ ਦੇ ਪੀਰ ਬਣਨ ਦਾ ਵੀ ਇਹੀ ਕਾਰਨ ਸੀ, ਮਹਾਰਾਜ ਜੀ ਦੇ ਪੈਰ ਜਵਾਬ ਦੇ ਗਏ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਕੁਛ ਕਰਨਾ ਚਾਹੁੰਦੇ ਸੀ ਮੇਰੇ ਤੋਂ ਬਾਅਦ ਵਿੱਚ ਵੀ ਮੇਰੇ ਬਹਾਦਰ ਕਰ ਸਕਣ। ਹਾਲਾਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਮ ਕਾਰਨ ਸਮਰੱਥ ਸਨ, ਪਰ ਹਜ਼ੂਰ ਉਸ ਵਿਖੜੇ ਪੈਣੇ ਤੇ ਤੁਰਨਾ ਚਾਹੁੰਦੇ ਸਨ, ਮੇਰੇ ਤੋਂ ਬਾਅਦ ਵਿੱਚ ਵੀ ਮੇਰੇ ਬਹਾਦਰ ਤੁਰ ਸਕਣ। ਗੁਲਾਬੀ ਮਸੰਦ ਨੇ ਆਖਿਆ, ਮਹਾਰਾਜ ਘਰ ਚੱਲੋ। ਹਜ਼ੂਰ ਆਖਣ ਲੱਗੇ, ਥੋੜਾ ਜਿਹਾ ਹਨੇਰਾ ਹੋ ਲੈਣ ਦੇ। ਬਸ ਉਧਰੋਂ ਸੂਰਜ ਛੁਪ ਗਿਆ। ਭਾਈ ਮਾਨ ਸਿੰਘ ਨੇ ਕੰਧਿਆਂ ਤੇ ਚੁੱਕ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਗੁਲਾਬੀ ਮਸੰਦ ਦੇ ਘਰ ਵਿੱਚ ਗਏ। ਗੁਲਾਬੀ ਮਸੰਦ ਨੇ ਭਾਈ ਮਾਨ ਸਿੰਘ ਨੂੰ ਇਸ਼ਾਰਾ ਕੀਤਾ, ਪੌੜੀ ਚੜ੍ਹ ਜਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੰਧਿਆਂ ਤੇ ਚੁੱਕ ਕੇ ਚੁਬਾਰੇ ਵਿੱਚ ਭਾਈ ਮਾਨ ਸਿੰਘ, ਤਿੰਨੇ ਸਿੰਘ ਤੇ ਭਾਈ ਗੁਲਾਬਾ ਮਸੰਦ ਵੀ ਨਾਲ ਸੀ। ਚੁਬਾਰੇ ਵਿੱਚ ਇੱਕ ਮੰਜਾ ਲੱਗਾ ਹੋਇਆ ਸੀ, ਉਹਦੇ ਵੱਡੇ ਮੰਜੇ ਹੁੰਦੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਈ ਮਾਨ ਸਿੰਘ ਨੇ ਉਸ ਮੰਜੇ ਤੇ ਬਿਠਾਇਆ। ਉਧਰੋਂ ਸੁਣਦਿਆਂ ਸੁਣਾਉਂਦਿਆਂ ਗਣੀ ਖਾਂ ਦੇ ਨਬੀ ਖਾਂ ਵੀ ਉੱਥੋਂ ਦੇ ਰਹਿਣ ਵਾਲੇ ਸਨ, ਉਹਨਾਂ ਦੇ ਕੰਨੀ ਕਣਸੋ ਪਈ। ਉਹ ਵੱਖਰੇ ਵੱਖਰੇ ਹੋ ਕੇ ਦੋਵੇਂ ਭਰਾ ਆਏ। ਉਹ ਅਨੰਦਪੁਰ ਸਾਹਿਬ ਘੋੜੇ ਵੇਚਣ ਤੇ ਖਰੀਦਣ ਆਇਆ ਕਰਦੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਦੋਂ ਚੁਬਾਰੇ ਵਿੱਚ ਆਏ, ਆਉਂਦਿਆਂ ਸਾਰ ਦੇਖਿਆ, ਹੈਰਾਨ ਹੋ ਕੇ ਬਾਣਾ ਲੀਰੋ ਲੀਰ, ਹਜ਼ੂਰ ਦੇ ਪਵਿੱਤਰ ਗੋਡਿਆਂ ਤੱਕ ਲੱਗੀ ਹੋਈ ਧੂੜ ਤੇ ਗਿੱਲੀ ਮਿੱਟੀ, ਵਗਦਾ ਹੋਇਆ ਪਵਿੱਤਰ ਲੱਤਾਂ ਚੋਂ ਤੇ ਖੂਨ ਦੇ ਨਾਲ ਚਰਨ ਭਿੱਜੇ ਹੋਏ। ਗਣੀ ਖਾਂ ਤੇ ਨਬੀ ਖਾਂ ਉਹਨਾਂ ਤੋਂ ਵੱਡਾ ਸੀ। ਗਣੀ ਖਾਂ ਹੈਰਾਨ ਹੋ ਕੇ ਆਖਣ ਲੱਗਾ, ਮਹਾਰਾਜ ਆਪ ਗੋਬਿੰਦ ਸਿੰਘ ਹੋ। ਮਹਾਰਾਜ ਨੇ ਨੇਤਰਾਂ ਨਾਲ ਨੇਤਰ ਮਿਲਾਏ। ਹਜ਼ੂਰ ਥੋੜਾ ਜਿਹਾ ਮੁਸਕਰਾ ਕੇ ਆਖਣ ਲੱਗੇ, ਹਾਂ ਮੈਂ ਗੋਬਿੰਦ ਸਿੰਘ। ਗਣੀ ਖਾਂ ਆਖਣ ਲੱਗਾ, ਮਹਾਰਾਜ ਗੋਬਿੰਦ ਸਿੰਘ ਕੋ ਅਨੰਦਪੁਰ ਵਾਲੇ। ਜਿਵੇਂ ਮੰਨਣ 'ਚ ਗੱਲ ਨਹੀਂ ਆਉਂਦੀ। ਜਦੋਂ ਤੀਸਰੀ ਵਾਰੀ ਆਖਿਆ ਮਹਾਰਾਜ, ਫਿਰ ਨੇਤਰ ਨਾਲ ਨੇਤਰ ਮਿਲਾ ਕੇ ਆਖਣ ਲੱਗੇ, ਗਣੀ ਖਾਂ ਪੁੱਤਰਾ ਮੈਨੂੰ ਬਾਰ-ਬਾਰ ਨਾ ਪੁੱਛ ਮੈਂ ਕੌਣ ਹਾਂ, ਮੈਂ ਉਹੀ ਗੋਬਿੰਦ ਸਿੰਘ ਹਾਂ। ਗਣੀ ਖਾਂ ਜਦੋਂ ਤੂੰ ਘੋੜੇ ਲੈ ਕੇ ਹਿੰਦੁਸਤਾਨ ਵਿੱਚ ਆਉਂਦਾ ਹੁੰਦਾ ਸੀ ਕਾਬਲ ਤੋਂ, ਤੇਰੇ ਘੋੜਿਆਂ ਨੂੰ ਕੀਮਤੀ ਸਮਝ ਕੇ ਜਿਹੜੇ ਤੇਰੇ ਘੋੜੇ ਦਿੱਲੀ ਦਾ ਬਾਦਸ਼ਾਹ ਨਹੀਂ ਸੀ ਖਰੀਦਦਾ ਹੁੰਦਾ, ਉਹ ਘੋੜੇ ਮੈਂ ਅਨੰਦਪੁਰ ਖਰੀਦਿਆ ਕਰਦਾ ਸਾਂ। ਗਣੀ ਖਾਂ ਮੈਂ ਉਹੀ ਗੋਬਿੰਦ ਸਿੰਘ ਅਨੰਦਪੁਰ ਵਾਲਾ। ਗਣੀ ਖਾਂ ਆਖਣ ਲੱਗਾ ਸਾਰੀ ਵਾਰਤਾ ਸੁਣ ਕੇ, ਮਹਾਰਾਜ ਮੇਰੀ ਰਾਏ ਹੈ ਵੀ ਹੁਣ ਅਨੰਦਪੁਰ ਖੁੱਸ ਗਿਆ, ਫੌਜਾਂ ਨਹੀਂ, ਪੁੱਤਰ ਨਹੀਂ, ਬਹਾਦਰ ਨਹੀਂ, ਮਹਾਰਾਜ ਹਕੂਮਤ ਨਾਲ ਸਮਝੌਤਾ ਕਰ ਲੈਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਗਣੀ ਖਾਂ ਤੂੰ ਕਿਵੇਂ ਮਹਿਸੂਸ ਕਰ ਲਿਆ ਵੀ ਸਮਝੌਤਾ ਕਰ ਲੈਣਾ ਚਾਹੀਦਾ? ਮਹਾਰਾਜ ਆਖਣ ਲੱਗੇ, ਫਿਰ ਕੀ ਹੋਇਆ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ੋ, ਖੁਦਾ ਵੰਦ ਬਖਸ਼ੰਦ ਆਦੀਸ਼ੋ ਵਰਸ। ਮਹਾਰਾਜ ਆਖਣਗੇ, ਖੁਦਾ ਦਾ ਭਰੋਸਾ ਅਜੇ ਵੀ ਮੇਰੇ ਕੋਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਇੱਟਾਂ ਦਾ ਆਨੰਦਪੁਰ ਤੇ ਔਰੰਗਜ਼ੇਬ ਖੋ ਸਕਦਾ, ਪਰ ਜਿਹੜਾ ਆਨੰਦਪੁਰ ਮੇਰੇ ਅੰਦਰ ਵਸਿਆ ਹੈ ਉਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਖੋ ਸਕਦੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਸਿੰਘਾਂ ਨੇ ਪ੍ਰਸ਼ਾਦਾ ਪਾਣੀ ਛਕਿਆ। ਰਾਤ ਆਰਾਮ ਕਰਨ ਲੱਗ ਪਏ। ਹੁਣ ਰਾਤ ਇੱਕ ਢੰਡੋਰ 'ਚ ਢੋਲ ਲੈ ਕੇ ਮਾਛੀਵਾੜੇ ਦੇ ਪਿੰਡ ਵਿੱਚ ਵੀ ਗਲੀਆਂ 'ਚ ਢੋਲ ਵਜਾਉਂਦਾ ਫਿਰਦਾ। ਜੇ ਕਿਸੇ ਨੂੰ ਗੋਬਿੰਦ ਸਿੰਘ ਮਿਲੇ ਤੁਰੰਤ ਹਕੂਮਤ ਨੂੰ ਸੂਚਨਾ ਦੇ। ਗੁਰੂ ਗੋਬਿੰਦ ਸਿੰਘ ਹਕੂਮਤ ਦਾ ਬਾਗੀ ਹੈ। ਜੇ ਉਹਨੂੰ ਕਿਸੇ ਨੇ ਘਰ ਵਿੱਚ ਰੱਖਿਆ, ਪਨਾਹ ਦਿੱਤੀ, ਉਹਨੂੰ ਸਰਕਾਰ ਦਾ ਬਾਗੀ ਸਮਝ ਕੇ ਮਾਰ ਦਿੱਤਾ ਜਾਵੇਗਾ। ਉਹ ਢੋਲ ਵਾਲੇ ਦੀ ਆਵਾਜ਼ ਗੁਲਾਬੇ ਦੇ ਭਰਾ ਪੰਜਾਬੇ ਦੇ ਕੰਨਾਂ ਵਿੱਚ ਪਈ। ਪੰਜਾਬਾ ਗਲੀਆਂ ਵਿੱਚ ਪਿੰਡ ਵਿੱਚ ਇੱਧਰ ਉੱਧਰ ਤੁਰ ਫਿਰ ਕੇ ਦੇਖ ਰਿਹਾ ਸੀ ਵੀ ਕੀ ਹਾਲਾਤ ਨੇ। ਪੰਜਾਬੇ ਨੇ ਜਦੋਂ ਆਵਾਜ਼ ਸੁਣੀ, ਪੰਜਾਬਾ ਦੌੜ ਕੇ ਘਰ ਆਇਆ। ਆਣ ਕੇ ਆਪਣੀ ਮਾਂ ਨੂੰ ਕੀ ਕਹਿੰਦਾ ਹੈ, ਕੱਲ ਰਾਤ ਦੇ ਦੀਵਾਨ ਵਿੱਚ ਅਸੀਂ ਸਰਵਣ ਕਰਾਂਗੇ। ਬੜੇ ਦਿਲ ਕੰਬਾਊ ਘਟਨਾ।
ਜੋ ਰਾਤ ਵਾਪਰੀ, ਜਿਵੇਂ ਪੰਜਾਬਾ ਆਣ ਕੇ ਆਪਣੀ ਮਾਂ ਨੂੰ ਹੱਥ ਜੋੜ ਕੇ ਜੋ ਕਹਿੰਦਾ ਹੈ, ਕੱਲ ਰਾਤ ਦੇ ਦੀਵਾਨ ਵਿੱਚ ਸਾਂਝਾ ਕਰਾਂਗੇ, ਟਾਈਮ ਸਿਰ ਆਇਓ, ਭੁੱਲ ਚੁੱਕ ਦੀ ਖਿਮਾ, ਫਤਿਹ ਬੁਲਾਈਏ ਜੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਟ ਅਣਕੋਟ ਸ਼ੁਕਰ, ਜਿਨ੍ਹਾਂ ਨੇ ਸਾਨੂੰ ਗਰੀਬਾਂ ਨੂੰ, ਗਰੀਬ ਸਿੱਖ ਨੂੰ ਮਾਣ ਬਖਸ਼ਿਸ਼ ਕੀਤਾ ਹੈ, ਆਪਣੇ ਪਾਵਨ ਬਚਨ ਬਖਸ਼ਿਸ਼ ਕੀਤੇ ਨੇ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ।